ਹੈਲੋ ਸਟੂਡੈਂਟਸ, ਰਜੇ ਅੱਜ ਡੇਟ ਹੈਗੀ ਆ 9 ਸੈਪਟੰਬਰ। ਠੀਕ ਹੈ, ਡੇ ਹੈਗਾ ਵੈਨਸਡੇ। ਅੱਜ ਅਸੀਂ ਰਜੇ ਪ੍ਰਿੰਸੀਪਲ ਆਫ ਬਿਜ਼ਨਸ ਮੈਨੇਜਮੈਂਟ ਦਾ ਨੈਕਸਟ ਟੌਪਿਕ ਕਰਨ ਲੱਗੇ ਹਾਂ, ਲੈਵਲ ਆਫ ਮੈਨੇਜਮੈਂਟ ਦੇ ਲੈਵਲਸ ਕਿੰਨੇ ਹੁੰਦੇ ਨੇ। ਉਸ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਇਹਦੇ ਫੰਕਸ਼ਨਸ ਥੋੜ੍ਹੇ ਜਿਹਾ, ਕਿ ਮੈਨੇਜਮੈਂਟ ਦੇ ਫੰਕਸ਼ਨਸ ਨੂੰ 2 ਪਾਰਟਸ 'ਚ ਡਿਵਾਈਡ ਕੀਤਾ ਆ। ਇੱਕ ਹੁੰਦੇ ਜੀ ਐਡਮਿਨਿਸਟ੍ਰੇਟਿਵ ਮੈਨੇਜਮੈਂਟ, ਇੱਕ ਹੁੰਦਾ ਆਪਰੇਟਿਵ। ਐਡਮਿਨਿਸਟ੍ਰੇਟਿਵ ਮੈਨੇਜਮੈਂਟ ਉਹ ਹੁੰਦਾ ਜਿਹੜਾ ਥਿੰਕਿੰਗ ਫੰਕਸ਼ਨ ਕਰਦਾ, ਮਤਲਬ ਕੰਮਾਂ ਨੂੰ ਸੋਚਦਾ। ਅਤੇ ਜਿਹੜਾ ਆਪਰੇਟਿਵ ਮੈਨੇਜਮੈਂਟ ਹੁੰਦਾ ਉਹ ਸੋਚੇ ਹੋਏ ਕੰਮ ਨੂੰ ਡੂ ਮਤਲਬ ਕਰਦਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਜਿਵੇਂ ਪੋਲਿਸੀਜ਼ ਨੂੰ ਡਿਟਰਮਿਨ ਕਰਨਾ, ਪੋਲਿਸੀਜ਼ ਨੂੰ ਬਣਾਉਣਾ, ਪਲੈਨਿੰਗ ਕਰਨੀ, ਠੀਕ ਹੈ, ਸਟੈਂਡਰਡ ਫਿਕਸ ਕਰਨਾ ਮੀਨਸ ਟਾਰਗੇਟ ਫਿਕਸ ਕਰਨਾ, ਇਹ ਚੀਜ਼ਾਂ ਨੂੰ ਸੋਚਣ ਦਾ ਕੰਮ ਕਿਹੜਾ ਮੈਨੇਜਮੈਂਟ ਕਰਦਾ? ਐਡਮਿਨਿਸਟ੍ਰੇਟਿਵ। ਇਹਨਾਂ ਨੂੰ ਇੰਪਲੀਮੈਂਟ ਯਾਨੀ ਕਿ ਇਹਨਾਂ ਨੂੰ ਲਾਗੂ ਕਰਨ ਦਾ ਕੰਮ, ਜੇ ਪੋਲਿਸੀ ਇਹਨੇ ਬਣਾਉਣੀ ਆ ਐਡਮਿਨਿਸਟ੍ਰੇਸ਼ਨ ਲੈਵਲ ਨੇ, ਆਪਰੇਟਿੰਗ ਨੇ ਉਹਨੂੰ ਇੰਪਲੀਮੈਂਟ ਕਰਨਾ, ਲਾਗੂ ਕਰਨਾ। ਜੇ ਸਟੈਂਡਰਡ ਇਹਨਾਂ ਨੇ ਫਿਕਸ ਕਰਨਾ ਐਡਮਿਨਿਸਟ੍ਰੇਸ਼ਨ ਨੇ, ਤਾਂ ਉਹਨੂੰ ਸਟੈਂਡਰਡ ਨੂੰ ਕੰਪਲੀਟ ਕਰਨ ਦਾ ਕੰਮ ਕਿਹਦਾ ਹੋਏਗਾ? ਆਪਰੇਟਿਵ ਮੈਨੇਜਮੈਂਟ ਦਾ। ਠੀਕ ਹੈ। ਡਾਇਰੈਕਟਿਵ ਆਪਰੇਸ਼ਨਸ ਜਿਹੜਾ ਕੰਮ ਕਰਨਾ, ਠੀਕ ਹੈ, ਇਹ ਸਾਰੇ ਜਾਣੀ ਕਿ ਜਿਹੜਾ ਐਡਮਿਨਿਸਟ੍ਰੇਟਿਵ ਮੈਨੇਜਮੈਂਟ ਆ ਇਹਨੇ ਸੋਚਣ ਦਾ ਕੰਮ ਕਰਨਾ ਆ, ਜਿਹੜਾ ਆਪਰੇਟਿੰਗ ਮੈਨੇਜਮੈਂਟ ਆ ਇਹਨੇ ਜਿਹੜਾ ਸੋਚਿਆ ਹੋਇਆ ਕੰਮ ਉਹਨੂੰ ਕੰਪਲੀਟ ਕਰਨਾ ਹੈ ਐਕਚੁਅਲ ਵੇ ਦੇ ਨਾਲ। ਠੀਕ ਹੈ। ਕਰੰਟ ਵਿਊ ਦੇਖੀਏ ਲੈਵਲ ਦਾ, ਤਾਂ ਆਪਣੇ ਕੋਲ ਬੇਸਿਕਲੀ 4 ਲੈਵਲ ਨੇ: ਟੌਪ ਮੈਨੇਜਮੈਂਟ, ਮਿਡਲ ਆਰਡਰ ਮੈਨੇਜਮੈਂਟ, ਲੋਅਰ ਮੈਨੇਜਮੈਂਟ ਐਂਡ ਸੁਪਰਵਾਈਜ਼ਰੀ ਮੈਨੇਜਮੈਂਟ। ਹੁਣ ਇਹਨਾਂ ਦੇ ਅੰਡਰ ਕੌਣ ਕੌਣ ਆਉਂਦਾ, ਕਿਵੇਂ ਆਉਂਦਾ? ਹੁਣ ਟੌਪ ਮੈਨੇਜਮੈਂਟ ਦੀ ਗੱਲ ਕਰੀਏ, ਉਹਦੇ ਵਿੱਚ ਆਏਗਾ ਪ੍ਰੈਜ਼ੀਡੈਂਟ, ਠੀਕ ਹੈ, ਮੈਨੇਜਿੰਗ ਡਾਇਰੈਕਟਰ ਅਤੇ ਜਨਰਲ ਮੈਨੇਜਰ। ਇਹਨਾਂ ਨੂੰ BODs ਯਾਨੀ ਕਿ ਬੋਰਡ ਆਫ ਡਾਇਰੈਕਟਰਸ ਵੀ ਕਿਹਾ ਜਾਂਦਾ ਗਾ। ਨੈਕਸਟ ਆਉਂਦੇ ਜੀ ਟੌਪ ਮਿਡਲ ਮੈਨੇਜਮੈਂਟ। ਜਿਹੜੇ ਆਪਾਂ ਅੱਗੋਂ ਡਿਪਾਰਟਮੈਂਟ ਬਣਾਉਣੇ ਆ ਨਾ, ਉਹ ਡਿਪਾਰਟਮੈਂਟ ਦੇ ਜਿੰਨੇ ਵੀ ਹੈੱਡ ਹੋਣਗੇ ਉਹ ਸਾਰੇ ਟੌਪ ਮਿਡਲ ਮੈਨੇਜਮੈਂਟ 'ਚ ਆਉਣਗੇ। ਜਿਵੇਂ ਜਨਰਲ ਸੇਲਸ ਡਿਪਾਰਟਮੈਂਟ ਆ ਗਿਆ, ਪਰਚੇਜ਼ ਡਿਪਾਰਟਮੈਂਟ ਦਾ ਹੈੱਡ ਆ ਗਿਆ, ਮਟੀਰੀਅਲ ਦਾ ਡਿਪਾਰਟਮੈਂਟ ਦਾ ਹੈੱਡ ਆ ਗਿਆ, ਪ੍ਰੋਡਕਸ਼ਨ ਦਾ, ਫਾਈਨਾਂਸ ਦਾ, ਮਤਲਬ ਇਹਨਾਂ ਦੇ ਜਿਹੜੇ ਹੈੱਡ ਨੇ ਉਹ ਟੌਪ ਮਿਡਲ ਮੈਨੇਜਮੈਂਟ ਵਿੱਚ ਆਉਣਗੇ। ਨੈਕਸਟ ਆ ਗਿਆ ਮਿਡਲ ਆਰਡਰ ਮੈਨੇਜਮੈਂਟ। ਇਹਦੇ ਵਿੱਚ ਸਾਰੇ ਜਿਵੇਂ ਮੈਨੇਜਰਸ ਜਿਹੜੇ ਏਰੀਆ ਵਾਈਜ਼ ਹੋਣਗੇ, ਰੀਜਨਲ ਮੈਨੇਜਰਸ ਆ ਜਾਣਗੇ, ਸੁਪਰਡੈਂਟ ਆ ਜਾਣਗੇ ਡਿਪਾਰਟਮੈਂਟ ਦੇ, ਜਨਰਲ ਅਕਾਊਂਟੈਂਟ ਐਂਡ ਕੋਸਟ ਅਕਾਊਂਟਿੰਗ, ਇਹ ਵਾਲੇ ਪਰਸਨ ਜਿਹੜੇ ਨੇ ਉਹ ਮਿਡਲ ਆਰਡਰ ਦੇ ਵਿੱਚ ਕਾਊਂਟ ਹੋਣ, ਮਿਡਲ ਆਰਡਰ ਮੈਨੇਜਮੈਂਟ ਦੇ ਵਿੱਚ ਕਾਊਂਟ ਹੋਣਗੇ। ਉਸ ਤੋਂ ਬਾਅਦ ਆਉਂਦਾ ਜੀ ਸੁਪਰਵਾਈਜ਼ਰੀ ਮੈਨੇਜਮੈਂਟ। ਉਹਦੇ ਵਿੱਚ ਆਉਂਦੇ ਆ ਫੋਰਮੈਨ, ਫਸਟ ਸੁਪਰਵਾਈਜ਼ਰ, ਸੈਕਿੰਡ ਸੁਪਰਵਾਈਜ਼ਰ। ਆਪਰੇਟਿੰਗ ਜਿਨ੍ਹਾਂ ਨੇ ਐਕਚੁਅਲ ਦੇ ਵਿੱਚ ਕੰਮ ਕਰਨਾ, ਦੈਟ ਇਜ਼ ਲੇਬਰ ਐਂਡ ਅਸਿਸਟੈਂਟ। ਠੀਕ ਹੈ। ਇਹਨਾਂ ਨੂੰ ਹੁਣ ਆਪਾਂ ਬੇਸਿਕਲੀ ਸਮਰੀ ਤਿਆਰ ਕਰੀਏ ਤਾਂ ਆਪਣੇ ਕੋਲ 3 ਮੈਨੇਜਮੈਂਟ ਆਉਂਦੇ ਆ: ਟੌਪ ਮੈਨੇਜਮੈਂਟ, ਮਿਡਲ ਅਤੇ ਲੋਅਰ। ਟੌਪ ਦੇ ਵਿੱਚ BODs, ਬੋਰਡ ਆਫ ਡਾਇਰੈਕਟਰ, ਮੈਨੇਜਿੰਗ ਡਾਇਰੈਕਟਰ, ਜਨਰਲ ਮੈਨੇਜਰ ਆਉਂਦਾ ਹੈ। ਮਿਡਲ ਦੇ ਵਿੱਚ ਸਾਰੇ ਮੈਨੇਜਰਸ ਆਉਣਗੇ, ਚਾਹੇ ਉਹ ਫਾਈਨਾਂਸ ਮੈਨੇਜਰ ਆ, ਪ੍ਰੋਡਕਸ਼ਨ ਮੈਨੇਜਰ ਆ, ਸੇਲ ਮੈਨੇਜਰ ਆ, ਜਿੰਨੇ ਵੀ ਮੈਨੇਜਰਸ ਨੇ ਮਿਡਲ ਦੇ ਵਿੱਚ ਆਉਣਗੇ। ਲੋਅਰ ਅਤੇ ਆਪਰੇਸ਼ਨਲ ਦੇ ਵਿੱਚ ਸਾਰੇ ਸੁਪਰਡੈਂਟ, ਸੁਪਰਵਾਈਜ਼ਰਸ, ਫੋਰਮੈਨ, ਵਰਕਰ ਸਾਰੇ ਲੋਅਰ ਦੇ ਵਿੱਚ ਆਉਣਗੇ। ਆਹ ਇੱਕ ਚਾਰਟ ਬਣਾਇਆ ਗਿਆ, ਜਿਹੜੇ ਪਰਸਨ ਤੁਸੀਂ ਪਿੱਛੇ ਪੜ੍ਹੇ ਨੇ ਉਹਨਾਂ ਦਾ ਇੱਕ ਚਾਰਟ ਬਣਿਆ ਹੋਇਆ ਹੈਗਾ। ਜਿਵੇਂ ਟੌਪ ਲੈਵਲ 'ਚ ਕੌਣ ਆਉਣਗੇ, ਮਿਡਲ ਲੈਵਲ 'ਚ ਕੌਣ ਆਉਣਗੇ, ਟੌਪ ਲੈਵਲ 'ਚ ਆ ਸਾਰੇ ਆਉਣਗੇ, ਮਿਡਲ 'ਚ ਆ ਆਉਣਗੇ। ਠੀਕ ਹੈ। ਅਤੇ ਜਿਹੜਾ ਲੋਅਰ ਐਂਡ ਆਪਰੇਸ਼ਨਲ ਹੋਏਗਾ ਉਹਦੇ ਵਿੱਚ ਆਹ ਸਾਰੇ ਪਰਸਨਸ ਕਾਊਂਟ ਹੋਣਗੇ। ਨੈਕਸਟ ਆਪਾਂ ਪੜ੍ਹਦੇ ਹਾਂ ਕਿ ਟੌਪ ਮੈਨੇਜਮੈਂਟ ਕੀ ਹੁੰਦਾ। ਟੌਪ ਮੈਨੇਜਮੈਂਟ ਜਿਹਦੇ ਵਿੱਚ ਮਾਲਕ ਵੀ ਆਉਣਗੇ, BODs, ਬੋਰਡ ਆਫ ਡਾਇਰੈਕਟਰਸ ਵੀ ਆਉਣਗੇ, ਮੈਨੇਜਿੰਗ ਡਾਇਰੈਕਟਰ, ਚੀਫ ਐਗਜ਼ੀਕਿਊਟਿਵ, ਜਨਰਲ ਮੈਨੇਜਰ, ਇਹ ਸਾਰੇ ਕਾਹਦੇ 'ਚ ਆਉਣਗੇ? ਟੌਪ ਮੈਨੇਜਮੈਂਟ ਦੇ ਵਿੱਚ। ਜਿਹੜੇ ਕੀ ਕਰਦੇ ਨੇ, ਬਿਜ਼ਨਸ ਦਾ ਜਿਹੜਾ ਗੋਲ ਹੈ, ਠੀਕ ਹੈ, ਉਹਨੂੰ ਅਚੀਵ ਕਰਦੇ ਨੇ, ਪੋਲਿਸੀਜ਼ ਬਣਾਉਂਦੇ ਨੇ, ਪਲੈਨਸ ਬਣਾਉਂਦੇ ਨੇ। ਠੀਕ ਹੈ। ਇਹ ਬੇਸਿਕ ਕੰਮ ਹੁੰਦਾ ਟੌਪ ਮੈਨੇਜਮੈਂਟ ਦਾ। ਉਸ ਤੋਂ ਬਾਅਦ ਇਹਨਾਂ ਨੇ ਗੋਲ ਨੂੰ ਡਿਟਰਮਿਨ ਕਰਨਾ, ਕੀ ਗੋਲ, ਟਾਰਗੇਟ ਕੀ ਕੰਪਲੀਟ ਕਰਨਾ ਤੁਸੀਂ, ਪੋਲਿਸੀਜ਼ ਕਿਵੇਂ ਪੋਲਿਸੀਜ਼ ਵੀ ਇਹੀ ਬਣਾਉਣਗੇ। ਠੀਕ ਹੈ। ਫਿਰ ਸਟਰਕਚਰ ਕੀ ਹੋਊਗਾ ਆਰਗੇਨਾਈਜੇਸ਼ਨ ਦਾ, ਇਹੀ ਤਿਆਰ ਕਰਨਗੇ। ਫੋਰਮ M-word ਜਿਹੜੇ ਮੈਨ, ਮਟੀਰੀਅਲ, ਮਸ਼ੀਨ, ਮੈਥਡਸ ਕਿੱਥੋਂ ਆਉਣਗੇ, ਇਹ ਵੀ ਇਹੀ ਡਿਸਾਈਡ ਕਰਨਗੇ। ਕੰਟਰੋਲ ਵੀ ਇਹੀ ਕਰਨਗੇ ਅਤੇ ਲੀਡਰਸ਼ਿਪ ਵੀ ਇਹੀ ਪਰਸਨਸ ਕਰਨਗੇ। ਨੈਕਸਟ ਇਹੀ ਚੀਜ਼ਾਂ ਫਿਰ ਆ ਗਈਆਂ ਵੀ ਚੀਫ ਐਗਜ਼ੀਕਿਊਟਿਵ ਆਫਿਸਰ, ਕਿਉਂਕਿ ਇਹ ਟੌਪ ਮੈਨੇਜਮੈਂਟ ਵਿੱਚ ਆਉਂਦੇ ਨੇ ਅਤੇ ਉਹਨਾਂ ਨੂੰ 3 ਪਾਰਟਸ 'ਚ ਡਿਵਾਈਡ ਕੀਤਾ ਹੋਇਆ ਹੈਗਾ: ਚੀਫ ਐਗਜ਼ੀਕਿਊਟਿਵ ਆਫਿਸਰ, ਚੀਫ ਐਗਜ਼ੀਕਿਊਟਿਵ ਐਂਡ ਚੀਫ ਆਪਰੇਟਿੰਗ ਆਫਿਸਰਸ, ਚੀਫ ਐਗਜ਼ੀਕਿਊਟਿਵ, ਆਪਰੇਟਿੰਗ ਆਫਿਸਰ ਐਂਡ ਸਟਾਫ। ਠੀਕ ਹੈ। ਇਹਨਾਂ ਦੇ ਫੰਕਸ਼ਨਸ ਕੀ ਨੇ? ਸਭ ਤੋਂ ਪਹਿਲਾਂ ਇਹਨਾਂ ਨੇ ਗਾਈਡਲਾਈਨਸ ਐਂਡ ਡਾਇਰੈਕਸ਼ਨਸ ਦੇਣੀਆਂ ਨੇ। ਜਿਵੇਂ ਆਪਾਂ ਪਹਿਲਾਂ ਪੜ੍ਹਿਆ ਨਾ, ਲੌਂਗ ਟਰਮ ਆਬਜੈਕਟਿਵ ਡਿਸਾਈਡ ਕਰਨਾ ਆ। ਠੀਕ ਹੈ। ਉਹਨਾਂ ਵਾਸਤੇ ਪੋਲਿਸੀਜ਼ ਐਂਡ ਪ੍ਰੋਗਰਾਮਸ ਬਣਾਉਣੇ ਨੇ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਅੱਗੋਂ ਮਿਡਲ ਮੈਨ ਆ ਉਹਨਾਂ ਨੂੰ ਕੀ ਪਲਾਨ ਐਂਡ ਪੋਲਿਸੀਜ਼ ਦੇਣੇ ਨੇ, ਉਹ ਰੂਲ ਐਂਡ ਰੈਗੂਲੇਸ਼ਨਸ ਇਹਨਾਂ ਨੇ ਬਣਾਉਣੇ ਨੇ। ਠੀਕ ਹੈ। ਜੋ ਵੀ ਸਾਰਾ ਮਤਲਬ ਮੇਨ ਜਿਹੜਾ ਕੰਮ ਹੈ ਮਾਲਕ ਦਾ ਹੁੰਦਾ, ਉਹ ਸਾਰਾ ਇਹਨਾਂ ਨੇ ਕਰਨਾ।
दूसरा फंक्शन ऑफ कोआर्ਡੀनेशन, सारे डिपार्टमेंट विच तालमेल बनाने का काम भी इन्हां दा ही होएगा कि आपस काम नूं पॉलिसीज़ नूं रूल्स नूं रेगूलेशनस नूं इस तरीके नाल सैट करनगे ताकि सारिਆਂ ਦੇ ਵਿੱਚ ਕੀ ਬਣਿਆ रवे कोआर्ਡੀनेशन। लीडरशिप का काम भी यही होगा, यह एक लीडर बन के गुड लीडर बन के अपने जिहड़े मिडल लैवल होणगे जां लोअर लैवल होणगे उन्हां तो काम करवाणगे। नैक्सट आ गया इंश्योरिंग परफॉर्मेंस, ये फिर अश्योर करते हैं कि जिहड़ा काम है तो उन्होंने प्लैन के अकॉर्डिंग हो रहा जां नहीं हो रहा, जे नहीं हो रहा तो वो मिसटेक्स लभदे हैं, वो फिर उस अकॉर्डिंग दोबारा तो काम करवाते हैं। नैक्सट आ गया रिव्यू एंड कंट्रोल, फिर दोबारा तो चैक किया जाता है कि जिहड़ा सारा काम होयागा वो अकॉर्डिंग टू प्लैन होया जां नहीं होया, जे नहीं होया तो गलतियां कढ़ के दोबारा तो फिर रीप्लैनिंग की जाती है, मतलब कि ये सारा काम टॉप लैवल वालों किया जाता है। ठीक है जी। नैक्सट आता जी मिडल लैवल, मिडल लैवल के विच सारे तुहानूं जिवें तुहानूं दस्सिया सी डिपार्टमेंट्स बने होणगे, डिपार्टमेंट के जिन्ने भी हैड होणगे, हैड दे मैनेजर्स होणगे, चाहे फाइनांस मैनेजर है, प्रोडक्शन मैनेजर है, सेल मैनेजर, जिन्ने भी सारे मैनेजर्स होणगे वो सारे मैनेजर इस मिडल मैनेजमेंट विच काउंट होणगे। सब तो पहले इन्हां दा काम की होएगा, जिहड़ियां पॉलिसीज़ टॉप लैवल ने बनाईयां ने उन्हां नूं एग्जीक्यूट करना, लागू करना। ठीक है, फिर इन्होंने नीचे वाले अपने अंडर जोड़े वर्करस होंगे, फोरमैन होंगे, उन्होंने तो किमें काम करवाना वो देखना। ठीक है, फिर जिन्होंने तो काम करवाना उन्होंने किमें सिलैक्ट करना, किहड़े पर्सन नूं किहड़ा काम देना, किहनूं अथॉरिटी देनी है, किहनूं रिस्पोंसिबिलिटी देनी है, किमें उन्होंने मोटिवेट करना, किमें उन्हां च कोआर्डीनेशन बना के रखना, किमें उन्होंने इन्फॉर्मेशन देनी है। ठीक है, फिर टॉप लैवल नूं रिपोर्ट देनी है कि साडा काम किन्ना हो गया, किन्ना रहिंदा, किमें होया, की प्रॉब्लम्स आ रही ने, मतलब कि यह एक चेन की तरह काम करदा आ टॉप ते लोअर दे विच। ठीक है जी, इन्हें टॉप ते लोअर दे विच मिडल मैन की करदा, एक चेन की तरह काम करदा आ। दोनों नूं जो भी कंप्लेन्स होणगियां लोअर लैवल दियां वो कंप्लेन्स टॉप लैवल तक कौन लैके जाऊगा, मिडल मैनेजमेंट। जिहड़े इन्हां वालों ऑर्डर्स एंड इंस्ट्रक्शनस आउणगे यही पर्सन लोअर लैवल तक लैके जाऊगा। ठीक है जी, मेन इन्हां दा काम हो गया। थर्ड आंदा जी थर्ड मैनेजमेंट आ गया जी लोअर होंगे, जिहदे सुपरडेंट, सुपरवाइजर्स, फोरमैनस, वर्कर सारे ये पर्सन काउंट होंगे। ठीक है, वो किहड़ा लैवल होएगा, लोअर लैवल। इन्हां ने की करना, एक्चुअल दे विच काम परफॉर्म करना है, इन्हां ने अपना डे टू डे काम जिहड़ा है वो दसना है कि असीं अपना जिहड़ा टारगेट है वो किन्ना कंप्लीट कर चुके हैं एक्चुअल दे विच। ठीक है, फिर जिहड़े ऑर्डर्स इशू होए ने उन्होंने मनना इन्हां ने। ठीक है, फिर अपने काम नूं मटीरीयल नूं इक्विपमेंट नूं चंगी तरह अरेंज करके रखना है। ट्रेनिंग भी इस डिपार्टमेंट नूं दित्ती जांदी है। सुपरवाइज का काम भी सुपरडेंट ने करना है, जिवें वो टॉप लैवल वालों गाइडलाइनस आईयां ने उन्होंने मन के उस तरीके नाल काम करना। जो कोई प्रॉब्लम आउंदी है तो वो प्रॉब्लम अपने मिडल लैवल नूं दस के सॉर्ट आउट करवानी। कम्युनिकेशन, कोई प्रॉब्लम आती है तो कम्युनिकेट मतलब गलबात करना। ठीक है, उस तो बाद डिसिपलिन दे विच रहना, मतलब कि अपने बेसिकली 3 लैवल्स होंगे हैं मैनेजमेंट दे विच, टॉप, मिडल ते लोअर। ठीक है, होप सो रजे तुहानूं ये वाला टॉपिक समझ आ गया होएगा। थैंक यू रजे। मास्टर दे के गया